ਕਾਨੜਾ ਰਾਗ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਰਸਨਾ ਤੋਂ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਗਿਆ ਹੈ। ਬਿਖੈ ਦਲ ਸੰਤਨ ਤੁਮਰੈ ਗਾਹਿਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਗਤ ਸੰਸਾਰ ਅੰਦਰ ਬਿਖੈ ਦਲ, ਦਲ ਨਾਮ ਹੈ ਜਥੇ ਦਾ, ਫੌਜ ਦਾ, ਟੁਕੜੀ ਦਾ, ਕਿ ਸੰਸਾਰ ਜਗਤ ਅੰਦਰ ਨਾ ਵਿਕਾਰਾਂ ਦੀ ਇੱਕ ਬੜੀ ਵੱਡੀ ਫੌਜ ਜਿਹੜੀ ਹੈ ਉਹ ਪਸਰੀ ਹੋਈ ਹੈ, ਜਿਹੜੀ ਹਰ ਇੱਕ ਪ੍ਰਾਣੀ ਮਾਤਰ, ਜੀਵ ਮਾਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ। ਕਿਸੇ ਉੱਤੇ ਕਾਮ ਜੋਧਾ ਪ੍ਰਭਾਵਿਤ ਹੈ, ਕਿਸੇ ਉੱਤੇ ਕ੍ਰੋਧ ਨੇ ਆਪਣਾ ਪ੍ਰਭਾਵ ਪਾਇਆ, ਕੋਈ ਲੋਭ ਹੱਥੋਂ ਹਾਰਿਆ ਹੋਇਆ, ਕੋਈ ਮੋਹ ਵਸ ਹੈ, ਕੋਈ ਹਉਮੈ ਵਸ ਹੈ। ਇਹ ਪੰਜ ਯੋਧੇ ਵੱਡੇ ਮੰਨੇ ਗਏ ਨੇ। ਵਿਦਵਾਨਾਂ ਨੇ ਜਗਤ ਸੰਸਾਰ ਦੇ ਅਖਾੜੇ ਵਿੱਚ ਦੋ ਮੁੱਖ ਯੋਧਿਆਂ ਦਾ ਘੋਲ ਕਰਾਇਆ। ਇੱਕ ਪਾਸੇ ਕਹਿੰਦੇ ਵੈਰਾਗ ਦੀ ਫੌਜ ਹੈ ਤੇ ਇੱਕ ਪਾਸੇ ਜਿਹੜੀ ਹੈ ਉਹ ਮੋਹ ਦੀ ਫੌਜ ਹੈ। ਜਦੋਂ ਅਸੀਂ ਪ੍ਰਬੋਧ ਚੰਦਰ ਨਾਟਕ ਗ੍ਰੰਥ ਪੜ੍ਹਦੇ ਆ ਨਾ, ਪੰਡਿਤ ਗੁਲਾਬ ਦਾਸ ਜੀ ਦਾ ਬੜਾ ਪਿਆਰਾ ਗ੍ਰੰਥ ਹੈ, ਉਹ ਸਾਰਾ ਹੀ ਗਿਆਨਮਈ ਗ੍ਰੰਥ ਹੈ। ਉਹਦੇ ਵਿੱਚ ਇੱਕ ਪਾਸੇ ਵੈਰਾਗ ਦੀ ਫੌਜ ਹੈ ਤੇ ਇੱਕ ਪਾਸੇ ਮੋਹ ਦੀ ਫੌਜ ਹੈ। ਇਉਂ ਮਾਨੋ ਵੈਰਾਗ ਤੇ ਮੋਹ ਦੀ ਲੜਾਈ ਕਰਾਈ ਉਸ ਗ੍ਰੰਥ ਵਿੱਚ, ਨਾਟਕ ਬਣਿਆ ਇੱਕ, ਤੇ ਉਹਦੇ ਵਿੱਚ ਦੱਸਿਆ ਵੀ ਮੋਹ ਦੀ ਫੌਜ ਜਿਹੜੀ ਹੈ, ਕਾਮ, ਕ੍ਰੋਧ, ਲੋਭ, ਹੰਕਾਰ ਉਹਦੇ ਸੈਨਾਪਤੀ ਨੇ, ਇੱਧਰ ਵੈਰਾਗ ਹੈ, ਸੱਚ, ਦਇਆ, ਧਰਮ ਇਹਦੀ ਫੌਜ ਹੈ। ਇਹ ਆਪਸ ਵਿੱਚ ਲੜਦੇ ਨੇ, ਘੁਲਦੇ ਨੇ। ਮਾਨੋ ਜੇ ਆਪਣੇ ਸਰੀਰ ਤੇ ਟੁਕਾਈਏ, ਸਾਡਾ ਸਰੀਰ ਇੱਕ ਅਖਾੜਾ ਹੀ ਹੈ। ਇਹ ਕਾਇਆ ਜਿਹੜੀ ਹੈ ਬ੍ਰਹਿਮੰਡ ਵਰਗੀ ਹੋਈ ਹੈ, ਇੱਕ ਪਿੰਡ ਹੈ, ਇੱਕ ਕਾਇਆ ਹੈ, ਇੱਕ ਅਖਾੜੇ ਵਰਗੀ ਹੈ। ਇਹਦੇ ਵਿੱਚ ਨਿਰੰਤਰ ਘੋਲ ਚੱਲਦਾ ਰਹਿੰਦਾ, ਵਾਦ ਵਿਵਾਦ, ਚੰਗਿਆਈ ਬੁਰਿਆਈ ਦਾ, ਬਦੀ ਦਾ, ਨੇਕੀ ਦਾ ਘੋਲ ਅੰਦਰ ਚੱਲਦਾ ਰਹਿੰਦਾ। ਤੇ ਅਸੀਂ ਸਾਰੇ ਜਾਣਦੇ ਹਾਂ, ਜਿਹੋ ਜੀ ਸੰਗਤ ਵਿੱਚ, ਜਿਹੋ ਜਿਹੇ ਮਾਹੌਲ ਵਿੱਚ ਬੰਦਾ ਰਹਿੰਦਾ, ਉਹੋ ਜਿਹੀਆਂ ਫੌਜਾਂ ਇਹਦੇ ਅੰਦਰ ਬਲਵਾਨ ਹੋ ਜਾਂਦੀਆਂ ਤੇ ਦੂਜੀ ਫੌਜ ਨੂੰ ਹਰਾ ਦਿੰਦੀਆਂ। ਅੱਜ ਕਲਯੁਗ ਦਾ ਸਮਾਂ ਹੈ, ਸਾਡੀ ਸੰਗਤ, ਸਾਡੀ ਰੰਗਤ, ਸਾਡਾ ਰਹਿਣ ਸਹਿਣ ਜਿਹੜਾ ਹੈ ਉਹ ਵਿਸ਼ੇ ਵਿਕਾਰਾਂ ਤੋਂ ਬਹੁਤਾ ਪ੍ਰਭਾਵਿਤ ਹੈ। ਇਸ ਕਰਕੇ ਜਿਹੜੇ ਸਾਡੇ ਇਸ ਅਖਾੜੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਯੋਧੇ ਨੇ ਨਾ, ਪੂਰੇ ਬਲਵਾਨ ਹੋਏ ਬੈਠੇ ਨੇ। ਵਿਰਾਗ, ਸੱਤ, ਦਇਆ, ਧਰਮ, ਇਹ ਵਿਚਾਰੇ ਕਮਜ਼ੋਰ ਹੋ ਗਏ ਨੇ ਕਿਉਂਕਿ ਇਹਨਾਂ ਨੂੰ ਖੁਰਾਕ ਨਹੀਂ ਮਿਲ ਰਹੀ। ਹੁਣ ਯੋਧਾ ਤੇ ਉਹੀ ਹੈ ਨਾ ਜਿਹੜਾ ਖੁਰਾਕ ਖਾਏਗਾ, ਅਭਿਆਸ ਕਰੇਗਾ ਤੇ ਫਿਰ ਜੰਗ 'ਚ ਜੂਝੇਗਾ। ਕਾਮ ਨੂੰ ਨਿਤ ਖੁਰਾਕ ਮਿਲਦੀ ਹੈ, ਕ੍ਰੋਧ ਨੂੰ ਨਿਤ ਖੁਰਾਕ ਮਿਲਦੀ ਹੈ, ਲੋਭ ਨੂੰ ਅਸੀਂ ਰੋਜ਼ ਖੁਰਾਕਾਂ ਦੇ ਕਰਕੇ ਪਾਲ ਰਹੇ ਹਾਂ, ਪਰ ਕਦੀ ਅੰਦਰ ਦੇ ਸੱਤ ਨੂੰ, ਅੰਦਰ ਦੇ ਵਿਰਾਗ ਨੂੰ, ਅੰਦਰ ਦੇ ਧਰਮ ਨੂੰ ਖੁਰਾਕ ਨਹੀਂ ਦਿੱਤੀ। ਉਹਨਾਂ ਦੀ ਖੁਰਾਕ ਹੋਰ ਹੈ, ਵਿਕਾਰਾਂ ਦੀ ਖੁਰਾਕ ਹੋਰ ਹੈ। ਇਸ ਕਰਕੇ ਉਹ ਯੋਧੇ ਜਿਹੜੇ ਨੇ ਉਹ ਬਲਵਾਨ ਹੋਏ ਬੈਠੇ ਨੇ, ਤੇ ਜਿਹੜੀ ਵੈਰਾਗ ਦੀ ਫੌਜ ਹੈ ਉਹ ਹਾਰ ਰਹੀ ਹੈ, ਕਮਜ਼ੋਰ ਹੋ ਗਈ ਹੈ, ਲੁਕ ਰਹੀ ਹੈ ਵਿਚਾਰੀ, ਆਪਣਾ ਆਪਾ ਬਚਾ ਰਹੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਇੱਕ ਥਾਂ ਐਸਾ ਹੈ ਜਿੱਥੇ ਜੀਵ ਚਲਾ ਜਾਏ, ਜਿੱਥੋਂ ਦੀ ਜੀਵ ਸ਼ਰਨ ਲੈ ਲਏ, ਤੇ ਇਹ ਜਿਹੜੇ ਯੋਧੇ ਨੇ ਉਸ ਨੂੰ ਕੁਝ ਕਹਿ ਨਹੀਂ ਸਕਦੇ। ਕਈ ਵਾਰੀ ਆਪਾਂ ਇਤਿਹਾਸ ਵੀ ਪੜ੍ਹਦੇ ਹਾਂ, ਬੜੇ ਬੜੇ ਵੱਡੇ ਰਾਜੇ ਜਦੋਂ ਦੂਸਰਿਆਂ ਰਾਜਿਆਂ ਦੇ ਹੱਥੋਂ ਹਾਰ ਜਾਂਦੇ ਨਾ, ਉਹ ਦੌੜ ਕੇ ਕਿਸੇ ਐਸੇ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਕਿ ਉਹ ਜਿਹੜਾ ਰਾਜਾ ਉਹਨਾਂ ਦਾ ਪਿੱਛਾ ਕਰ ਰਿਹਾ ਹੁੰਦਾ, ਉਹਦੀ ਵੀ ਤਾਕਤ ਸਮਰੱਥਾ ਨਹੀਂ ਰਹਿੰਦੀ ਕਿ ਉਸ ਨੂੰ ਪਕੜ ਲੈਣ ਜਾਂ ਉਸ ਬਾਗੀ ਨੂੰ ਉਹ ਗ੍ਰਿਫਤ ਵਿੱਚ ਕਰ ਲੈਣ, ਕਿਉਂਕਿ ਉਹ ਵੱਡੇ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ। ਇਸੇ ਤਰ੍ਹਾਂ ਵਿਕਾਰ ਜਿਹੜੇ ਨੇ ਬੜੇ ਬਲਵਾਨ ਨੇ, ਇਹ ਦੁਨੀਆ ਦੇ ਵਿੱਚ ਮਨੁੱਖ ਦੀ ਪਿੱਠ ਲਗਾ ਸਕਦੇ ਨੇ, ਪਰ ਜਦੋਂ ਮਨੁੱਖ ਪ੍ਰਾਣੀ ਸਤ ਸੰਗਤ ਵਿੱਚ ਆ ਜਾਂਦਾ ਹੈ, ਗੁਰਮੁਖਾਂ ਦੀ ਸੰਗਤ ਗ੍ਰਹਿਣ ਕਰ ਲੈਂਦਾ ਹੈ, ਗੁਰੂ ਦੀ ਹਜ਼ੂਰੀ ਵਿੱਚ ਆ ਜਾਂਦਾ ਹੈ, ਤੇ ਇਹ ਵਿਕਾਰਾਂ ਦੀ ਕੋਈ ਪੇਸ਼ ਨਹੀਂ ਚੱਲਦੀ। ਵਿਕਾਰ ਜਿਹੜੇ ਨੇ ਇਸ ਨੂੰ ਹਰਾ ਨਹੀਂ ਸਕਦੇ, ਇੱਥੇ ਉਹ ਕਮਜ਼ੋਰ ਪੈ ਜਾਂਦੇ। ਮੰਨ ਲਓ ਇੱਥੋਂ ਬਾਹਰ ਹੋ ਜਾਂਦੇ ਨੇ ਤੇ ਉਹ ਪ੍ਰਾਣੀ ਜਿਹੜਾ ਹੈ ਵਿਸ਼ੇ ਵਿਕਾਰਾਂ ਤੋਂ ਬਚ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਸੰਗਤ ਦੀ ਬੜੀ ਮਹਾਨਤਾ ਦੱਸੀ ਵੀ ਜਿਹੜੇ ਗੁਰਮੁਖਾਂ ਦੀ, ਗੁਰੂ ਦੀ ਸੰਗਤ ਕਰਦਾ ਹੈ, ਸਤ ਸੰਗਤ ਦੇ ਨਾਲ ਉਹ ਜੀਵ ਜਿਹੜਾ ਬੁਰਾਈਆਂ ਵਿੱਚ ਬੜਾ ਸ਼ੇਰ ਹੁੰਦਾ ਹੈ ਨਾ, ਉਹ ਕਮਜ਼ੋਰ ਹੋ ਜਾਂਦਾ ਹੈ ਬੁਰਾਈਆਂ ਕਰਨ ਵਿੱਚ, ਤੇ ਨੇਕੀਆਂ ਕਰਨ ਵਿੱਚ ਉਹ ਬਲਵਾਨ ਹੋ ਜਾਂਦਾ ਹੈ। ਅਸੀਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਜਿਹੜੇ ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਦੀ ਸ਼ਰਨ ਕਰ ਵਿੱਚ ਰਹਿੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੀ ਸਤਿਗੁਰੂ ਜੀ ਕਹਿੰਦੇ ਮਹਿਮਾ ਸੁਣੋ, ਮੈਲ ਖੋਈ, ਉਹਨਾਂ ਦੀ ਮੈਲ ਜਿਹੜੀ ਖਤਮ ਹੋ ਜਾਂਦੀ,
ਉਹਨਾਂ ਦੇ ਪਾਪ ਜਿਹੜੇ ਨੇ ਦਗਧ ਹੋ ਜਾਣ। ਨਿਰਮਲ ਭਏ ਚੀਤਾ, ਤੇ ਮਨ ਜਿਹੜਾ ਨਿਰਮਲ ਹੋ ਜਾਂਦਾ ਹੈ। ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਅੰਧਲੇ ਦਾ ਅਰਥ ਹੈ ਨੇਤਰਹੀਨ, ਤੇ ਇੱਥੇ ਨੇਤਰਹੀਨ ਦਾ ਭਾਵ ਹੈ ਜਿਸ ਨੂੰ ਅੰਦਰ ਦਾ ਗਿਆਨ ਨਹੀਂ, ਜਿੱਦੀ ਮਨ ਬੁੱਧੀ ਸੁਰਤੀ ਦੇ ਲੋਚਨ ਜਿਹੜੇ ਨੇ ਅੰਨੇ ਹੋਏ ਬੈਠੇ ਨੇ। ਗੁਰੂ ਸਾਹਿਬ ਕਹਿੰਦੇ ਗੁਰੂ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਅਗਿਆਨੀ ਮਨੁੱਖ ਨੂੰ ਵੀ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ। ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ, ਜਿਹਨੂੰ ਗੁਰੂ ਦੀ ਭੇਟ ਮਿਲ ਗਈ, ਗੁਰੂ ਦਾ ਮਿਲਾਪ ਮਿਲ ਗਿਆ। ਸਿੰਘ ਬਿਲਾਈ ਹੋਏ ਗਏ। ਸਿੰਘ ਨਾਮ ਸ਼ੇਰ ਦਾ, ਬਿਲਾਈ ਨਾਮ ਬਿੱਲੀ ਦਾ। ਕਹਿੰਦੇ ਸਿੰਘ ਸ਼ੇਰ ਮਾਨੋ ਬਿੱਲੀ ਬਣ ਜਾਂਦਾ। ਇੱਥੇ ਭਾਵ ਕੀ ਹੈ? ਇੱਥੇ ਨੈਗੇਟਿਵ ਨਹੀਂ ਵੀ ਇੱਕ ਸ਼ੇਰ ਸੀ ਤੇ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਬਿੱਲੀ ਬਣ ਗਿਆ। ਇੱਥੇ ਭਾਵ ਇਹ ਹੈ ਉਹ ਸ਼ੇਰ ਜਿਹੜਾ ਹਿੰਸਕ ਸੀ, ਜਿਹੜਾ ਜ਼ੁਲਮ ਕਰਦਾ ਸੀ, ਧੱਕਾ ਕਰਦਾ ਸੀ, ਆਦਮਖੋਰ ਬਣ ਗਿਆ ਸੀ। ਇਹ ਮਨ ਰੂਪੀ ਸ਼ੇਰ ਵਿਕਾਰਾਂ ਵਿੱਚ ਰਹਿ ਕੇ ਜਦੋਂ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਇਆ, ਉਹ ਬਿੱਲੀ ਵਰਗਾ ਬਣ ਗਿਆ। ਭਾਵ ਹੈ ਕਿ ਉਹਨੇ ਬੁਰਾਈਆਂ ਤਿਆਗ ਦਿੱਤੀਆਂ, ਜ਼ੁਲਮ ਤਿਆਗ ਦਿੱਤਾ, ਧੱਕੇਸ਼ਾਹੀ ਤਿਆਗ ਦਿੱਤੀ, ਸਾਧਾਰਨ ਹੋ ਗਿਆ, ਨੇਕ ਬਣ ਗਿਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਸਿੰਘ ਬਿਲਾਈ ਹੋਏ ਗਏ। ਸਿੰਘ ਬਿਲਾਈ ਵਰਗਾ, ਬਿੱਲੀ ਵਰਗਾ ਹੋ ਗਿਆ। ਇਹ ਗੁਰੂ ਦੇ ਪਿਆਰਿਆਂ ਦੀ ਸੰਗਤ ਦੀ ਬਦੌਲਤ ਹੈ ਕਿ ਬੁਰਾਈਆਂ ਵੱਲੋਂ ਕਮਜ਼ੋਰ ਹੋ ਜਾਂਦਾ ਹੈ ਤੇ ਚੰਗਿਆਈਆਂ ਵੱਲੋਂ ਉਹ ਪੂਰਾ ਪੀਡਾ ਬਣ ਜਾਂਦਾ ਹੈ, ਮਜ਼ਬੂਤ ਬਣ ਜਾਂਦਾ ਹੈ। ਤੇ ਸੰਸਾਰ ਦੀ ਸੰਗਤ ਵਿੱਚ ਜਦੋਂ ਬੰਦਾ ਰਹਿੰਦਾ ਹੈ, ਸੰਸਾਰ ਵਿੱਚ ਰਹਿ ਕੇ ਬੁਰਾਈਆਂ ਦੇ ਵਿੱਚ ਬੜੀਆਂ ਮਜ਼ਬੂਤ ਹੋ ਜਾਂਦੀਆਂ ਤੇ ਜਿਹੜੀਆਂ ਨੇਕੀਆਂ ਨੇ, ਚੰਗੇ ਗੁਣ ਨੇ, ਉਹ ਖੰਭ ਲਾ ਕੇ ਉੱਡ ਜਾਂਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਇਹਨਾਂ ਵਿਸ਼ੇ ਵਿਕਾਰਾਂ ਰੂਪੀ ਫੌਜ ਤੋਂ ਬਚਣਾ ਹੈ ਨਾ, ਵਿਕਾਰਾਂ ਤੋਂ ਬਚਣਾ ਹੈ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ ਪਏਗਾ। ਉਹਨਾਂ ਦੀ ਸੰਗਤ ਫਿਸੇ ਸਰੀਰ ਰੂਪੀ ਮੱਲ ਅਖਾੜੇ ਵਿੱਚ ਜੋ ਵਿਕਾਰਾਂ ਦਾ ਤੇ ਵੈਰਾਗ ਦਾ ਯੁੱਧ ਹੁੰਦਾ ਹੈ, ਉਹਦੇ ਵਿੱਚ ਵੈਰਾਗ ਦੀ ਫੌਜ ਜਿਹੜੀ ਉਹ ਜਿੱਤ ਜਾਂਦੀ ਹੈ ਜੇ ਉਹਦੇ ਕੋਲ ਗੁਰੂ ਦਾ ਸਹਾਰਾ ਹੈ, ਗੁਰੂ ਦਾ ਭਰੋਸਾ ਹੈ। ਕਿਉਂਕਿ ਗੁਰੂ ਭਰੋਸੇ ਬਿਨਾਂ ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਪੰਚਮ ਪਾਤਸ਼ਾਹ ਜੀ ਦੇ ਬਚਨ ਆਪਾਂ ਸ੍ਰੀ ਰਾਗ ਵਿੱਚ ਵੀ ਪੜ੍ਹਦੇ ਹਾਂ, ਜਿੱਥੇ ਉਹ ਕਿਰਪਾ ਕਰਦੇ ਨੇ ਕਿ ਜਿਹੜਾ ਰੱਬ ਦਾ ਪਹਿਲਵਾਨ ਹੋ ਗਿਆ ਨਾ, ਉਹਨੂੰ ਇਹ ਯੋਧੇ ਹਰਾ ਨਹੀਂ ਸਕਦੇ। ਹਉ ਗੁਸਾਈ ਦਾ ਪਹਿਲਵਾਨੜਾ। ਗੁਰਦੇਵ ਜੀ ਕਹਿੰਦੇ ਮੈਂ ਆਪਣੇ ਪਰਮੇਸ਼ਵਰ ਦੇ ਘਰ ਦਾ ਪਹਿਲਵਾਨ ਬਣਿਆ, ਮੈਨੂੰ ਉਹਦੇ ਘਰੋਂ ਥਾਪੜਾ ਮਿਲਿਆ, ਉਹਦੇ ਘਰੋਂ ਸਿੱਖਿਆ ਮਿਲੀ ਹੈ। ਮੈਂ ਗੁਰਮਿਲ ਉੱਚ ਦਮਾਲੜਾ, ਗੁਰੂ ਦੀ ਕਿਰਪਾ ਦੇ ਨਾਲ ਮੇਰਾ ਸ਼ਮਲਾ ਉੱਚਾ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਮੈਂ ਸ਼ਾਗਿਰਦੀ ਹਾਸਲ ਕੀਤੀ ਹੈ। ਸਭ ਹੋਈ ਛਿੰਝ ਇਕੱਠੀਆ, ਕਹਿੰਦੇ ਸਾਰੀ ਮੱਲ ਅਖਾੜੇ ਵਿੱਚ ਲੋਕ ਜਿਹੜੇ ਨੇ ਆ ਕਰਕੇ ਇਕੱਠੇ ਹੁੰਦੇ ਨੇ, ਵਹਿੰਦੇ ਨੇ ਨਾ ਜਦੋਂ ਪਹਿਲਵਾਨ ਘੁੱਲਦੇ ਨੇ, ਆਪਸ ਵਿੱਚ ਜੁੱਝਦੇ ਨੇ। ਤੇ ਬਾਬਾ ਜੀ ਕਹਿੰਦੇ ਜਦੋਂ ਇਹ ਮਾਨੋ ਸਰੀਰ ਰੂਪੀ ਅਖਾੜੇ ਵਿੱਚ ਜੰਗ ਚੱਲਦਾ ਹੈ, ਇਹ ਆ ਕਰਕੇ ਗੁਣ ਔਗਣ ਸਾਰੇ ਇਕੱਠੇ ਹੋ ਕਰਕੇ ਵੇਖਦੇ ਨੇ ਤੇ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਮੈਨੂੰ ਗੁਰੂ ਦੀ ਥਾਪੀ ਸੀ, ਇਸ ਕਰਕੇ ਮੈਂ ਉਹ ਪੰਜੇ ਜਵਾਨਾਂ ਨੂੰ ਹਰਾ ਦਿੱਤਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮੈਂ ਤਾਂ ਹੀ ਹਰਾ ਸਕਿਆ ਜੇ ਮੇਰੇ ਪਿੱਛੇ ਗੁਰੂ ਦਾ ਥਾਪੜਾ ਸੀ। ਗੁਰੂ ਦੀ ਕਿਰਪਾ ਤੋਂ ਬਿਨਾ ਇਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ। ਬੰਦਾ ਜਿੰਨਾ ਮਰਜੀ ਇਹਨਾਂ ਨੂੰ ਸਮਝੇ, ਜਾਣੇ, ਮਾਣੇ, ਕੁਝ ਵੀ ਕਰੇ, ਪਰ ਬਖਸ਼ਿਸ਼ ਤੋਂ ਬਿਨਾ ਇਹ ਹਰਾਏ ਨਹੀਂ ਜਾ ਸਕਦੇ। ਇਹ ਵਸ ਵਿੱਚ ਨਹੀਂ ਹੁੰਦੇ। ਹਰਾਣ ਦਾ ਭਾਵ ਇਹ ਹੈ ਇਹਨਾਂ ਨੂੰ ਖਤਮ ਨਹੀਂ ਕਰਨਾ। ਹਰਾਣ ਦਾ ਭਾਵ ਹੁੰਦਾ ਵੀ ਇਹ ਵਿਸ਼ੇ ਵਿਕਾਰ ਇੱਕ ਤਾਕਤ ਨੇ, ਇੱਕ ਸ਼ਕਤੀ ਨੇ, ਅੱਗ ਵਰਗੇ ਨੇ। ਮੰਨ ਲਓ ਹੁਣ ਅੱਗ ਸਾਡੇ ਕੰਟਰੋਲ ਚੋਂ ਬਾਹਰ ਹੋ ਜਾਏ ਤੇ ਕੀ ਕਰੇਗੀ? ਵਿਨਾਸ਼ ਕਰੇਗੀ ਨਾ। ਅੱਗ ਦੇ ਉੱਤੇ ਧਿਆਨ ਨਾ ਰੱਖੀਏ, ਬਲਦੀ ਹੋਈ ਅੱਗ ਨੂੰ ਪੂਰੇ ਆਪਣੀ ਨਿਗਰਾਨੀ ਵਿੱਚ ਨਾ ਰੱਖੀਏ ਤੇ ਬੇਕਾਬੂ ਹੋ ਜਾਏਗੀ ਉਹ ਅੱਗ। ਘਰ ਸਾੜ ਦੇਗੀ, ਸਾਰਾ ਨਗਰ ਸਾੜ ਦੇਗੀ, ਸ਼ਹਿਰਾਂ ਦੇ ਸ਼ਹਿਰ ਸਾੜ ਦਿੰਦੀ ਅਗਨ। ਪਰ ਅੱਗ ਤੋਂ ਬਿਨਾਂ ਸਰਦਾ ਵੀ ਨਹੀਂ। ਜੇ ਕਿਸੇ ਨਿਗਰਾਨੀ ਵਿੱਚ ਹੋਵੇ ਅੱਗ ਤੇ ਕਿੰਨੇ ਕਾਰਜ ਅਸੀਂ ਸਫਲ ਕਰ ਲੈਂਦੇ ਹਾਂ। ਇਸੇ ਤਰ੍ਹਾਂ ਵਿਸ਼ੇ ਹਨ। ਬਹੁਤੇ ਲੋਕਾਂ ਨੇ ਤੇ ਇਹਨਾਂ ਨੂੰ ਬੇਕਾਬੂ ਅੱਗ ਵਾਂਗੂ ਰੱਖਿਆ ਸੰਸਾਰ ਵਿੱਚ, ਵੀ ਇੰਨੇ ਵਿਸ਼ੇ ਵਿਕਾਰ ਭੋਗੇ, ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ, ਦੂਜਿਆਂ ਦੀਆਂ ਕੀਤੀਆਂ। ਤੇ ਕੁਝ ਐਸੇ ਹੋ ਗਏ ਕਿ ਜਿਨ੍ਹਾਂ ਨੇ ਬਿਲਕੁਲ ਇਹਨਾਂ ਦਾ ਭੋਗ ਪਾ ਦਿੱਤਾ, ਬੇਰਸੇ ਹੋ ਗਏ, ਨੀਰਸੇ ਹੋ ਗਏ, ਸੰਸਾਰ ਤਿਆਗ ਗਏ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਸਿਧਾਂਤ ਦਿੱਤਾ ਕਿ ਉਹ ਅੱਗ ਵਰਗੇ ਹਨ। ਇਸ ਨੂੰ ਕਾਬੂ ਵਿੱਚ ਰੱਖੋਗੇ, ਧਿਆਨ ਵਿੱਚ ਰੱਖੋਗੇ ਤਾਂ ਇਹ ਜਗਤ ਸੰਸਾਰ ਦੀ ਉਸਾਰੀ ਵਿੱਚ ਸਹਾਇਕ ਹੋਣਗੇ। ਤੇ ਜੇ ਇਹਨਾਂ ਦੇ ਉੱਤੇ ਤੁਹਾਡਾ ਧਿਆਨ ਨਾ ਰਿਹਾ ਤੇ ਇਹ ਹੀ ਜਗਤ ਸੰਸਾਰ ਦੀ ਬਰਬਾਦੀ ਦਾ ਕਾਰਨ ਬਣ ਜਾਏ। ਸ਼ਕਤੀ ਦੋਵੇਂ ਕੰਮ ਕਰਦੀ ਹੈ। ਉਹ ਸ਼ਕਤੀ ਉਸਾਰਦੀ ਵੀ ਹੈ, ਸ਼ਕਤੀ ਬਰਬਾਦ ਵੀ ਕਰਦੀ। ਤਾਕਤ ਦੇ ਵਿੱਚ ਦੋਵੇਂ ਕੰਮ ਨੇ ਨਾ। ਜੇ ਬੇਗੌਰੇ ਬੰਦੇ ਕੋਲ ਤਾਕਤ ਆ ਜਾਏ ਤੇ ਬਰਬਾਦ ਕਰ ਦਿੰਦਾ।
ਸਿਆਣੇ ਬੰਦੇ ਦੇ ਹੱਥ ਤਾਕਤ ਆਵੇ ਤੇ ਕਈ ਕੁਝ ਉਹ ਘੜ ਦਿੰਦਾ, ਬਣਾ ਦਿੰਦਾ। ਇਸੇ ਤਰ੍ਹਾਂ ਗੁਰਮੁਖਾਂ ਦੇ ਅੰਦਰ, ਰੱਬ ਦੇ ਪਿਆਰੇ ਗੁਰਸਿੱਖ, ਇਹ ਨਹੀਂ ਕਿ ਉਹ ਇਹਨਾਂ ਵਿਕਾਰ, ਇਹਨਾਂ ਵਿਸ਼ਿਆਂ ਦੇ ਵਿੱਚ ਨਹੀਂ, ਉਹਨਾਂ ਦੇ ਅੰਦਰ ਵੀ ਇਹ ਵਿਸ਼ੇ ਨੇ। ਕਾਮ ਤੋਂ ਬਿਨਾ ਸਰੀਰ ਕੋਈ ਨਹੀਂ, ਕ੍ਰੋਧ ਤੋਂ ਬਿਨਾ ਕੋਈ ਸਰੀਰ ਨਹੀਂ, ਲੋਭ ਰੱਬ ਨੇ ਸਭ ਵਿੱਚ ਪਾਇਆ, ਮੋਹ ਰੱਬ ਨੇ ਸਭ ਵਿੱਚ ਪਾਇਆ। ਪਰ ਗੁਰਮੁਖ ਕੀ ਹੈ? ਗੁਰਮੁਖ ਇਸ ਨੂੰ ਜੁਗਤ ਨਾਲ ਵਰਤਦਾ ਹੈ, ਗੁਰੂ ਦੀ ਭਉ ਭਾਵਨੀ ਵਿੱਚ ਵਰਤਦਾ ਹੈ। ਇਸ ਕਰਕੇ ਇਹ ਵਿਸ਼ੇ ਜਿਹੜੇ ਨੇ ਉਹਦੇ ਫਿਰ ਗੁਲਾਮ ਬਣ ਕੇ ਉਹਦੀ ਸੇਵਾ ਕਰਦੇ ਨੇ, ਤੇ ਮਨਮੁਖ ਇਹਨਾਂ ਦਾ ਗੁਲਾਮ ਹੋ ਜਾਂਦਾ, ਮਨਮੁਖ ਇਹਨਾਂ ਦੇ ਆਖੇ ਲੱਗਦਾ ਤੇ ਇਹ ਗੁਰਮੁਖ ਦੇ ਆਖੇ ਲੱਗਦੇ। ਬਸ ਇੰਨਾ ਕੁ ਫਰਕ ਹੈ। ਸੋ ਗੁਰੂ ਸਾਹਿਬ ਕਹਿੰਦੇ ਬਿਖੈ ਦਲ ਸੰਤਨ ਤੁਮਰੈ ਗਾਹਿਓ। ਹੇ ਵਾਹਿਗੁਰੂ ਜੀ, ਤੁਹਾਡੇ ਪਿਆਰਿਆਂ ਦੀ ਸੰਗਤ ਵਿੱਚ ਰਹਿਣ ਕਰਕੇ ਮੈਂ ਇਹਨਾਂ ਵਿਸ਼ੇ ਵਿਕਾਰਾਂ ਰੂਪੀ ਫੌਜ ਨੂੰ ਜਿੱਤ ਲਿਆ ਹੈ, ਇਹਨਾਂ ਨੂੰ ਗਾਹਿਆ ਹੈ, ਇਹਨਾਂ ਨੂੰ ਦਲ ਦਿੱਤਾ ਹੈ, ਆਪਣੇ ਪੈਰਾਂ ਥੱਲੇ ਰੱਖਿਆ ਹੋਇਆ। ਤੁਮਰੀ ਟੇਕ ਭਰੋਸਾ ਠਾਕੁਰ ਸਰਨ ਤੁਮਾਰੀ ਆਹਿਓ। ਹੇ ਵਾਹਿਗੁਰੂ ਜੀ, ਜਦੋਂ ਦਾ ਮੈਂ ਤੇਰੀ ਸ਼ਰਨ ਵਿੱਚ ਆਇਆ ਨਾ, ਤੇਰਾ ਭਰੋਸਾ, ਤੇਰੀ ਟੇਕ ਲਈ ਹੈ, ਤੇਰਾ ਆਸਰਾ ਲਿਆ ਹੈ, ਤੇਰੇ ਆਸਰੇ ਸਦਕਾ, ਤੇਰੇ ਭਰੋਸੇ ਸਦਕਾ ਮੈਨੂੰ ਇਹ ਬਖਸ਼ਿਸ਼ ਮਿਲ ਗਈ ਹੈ ਕਿ ਇਹ ਮੈਂ ਜਿੱਤ ਲਏ ਨੇ। ਤੇਰੇ ਭਰੋਸੇ ਹੀ ਮੇਰਾ ਸਾਰਾ ਕਾਰਜ ਹੋ ਰਿਹਾ। ਜਿਸ ਨੂੰ ਪ੍ਰਭੂ ਦਾ ਭਰੋਸਾ ਹੋ ਜਾਏ, ਗੁਰੂ ਦਾ ਭਰੋਸਾ ਜਿਸ ਨੂੰ ਮਿਲ ਜਾਏ, ਫਿਰ ਉਹਨੂੰ ਹੋਰ ਆਸਰਿਆਂ ਦੀ ਲੋੜ ਨਹੀਂ ਰਹਿੰਦੀ, ਉਹਦੇ ਸਾਰੇ ਆਸਰੇ ਫਿਰ ਖਤਮ ਹੋ ਜਾਂਦੇ ਨੇ। ਪਰ ਉਹਦੇ ਲਈ ਬੜੀ ਵੱਡੀ ਭਰੋਸਾ ਕਿੰਨਾ ਕੁ ਚਾਹੀਦਾ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਆਪਾਂ ਪੁੱਛੀਏ, ਨਿਤ ਸਤਿਗੁਰੂ ਜੀ ਦੱਸਦੇ ਨੇ ਵੀ ਰੱਬ ਤੇ ਇੰਨਾ ਸਿੱਖ ਦਾ, ਗੁਰੂ ਤੇ ਇੰਨਾ ਸਿੱਖ ਦਾ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਇੱਕ ਵਾਰੀ ਗੁਰੂ ਦੇ ਚਰਨ ਪਕੜ ਲੈਨੇ ਨਾ, ਫਿਰ ਦੁਬਾਰਾ ਕਿਸੇ ਹੋਰ ਪਾਸੇ ਧਿਆਨ ਹੀ ਨਾ ਜਾਏ। ਪਾਏ ਗਏ ਜਬ ਤੇ ਤੁਮਰੇ, ਪਾਏ ਗਏ, ਕਈ ਵਾਰੀ ਅਸੀਂ ਪੜ੍ਹਦੇ ਆ ਵੀ ਪਾਏ ਗਏ, ਵੀ ਜਦੋਂ ਉਹਦੇ ਪੈਰਾਂ ਨਾਲ ਗਏ ਜਾਂ ਉਧਰ ਗਏ। ਗਹੇ ਦਾ ਅਰਥ ਹੁੰਦਾ ਪਕੜਨਾ। ਪਾਏ ਗਹੇ ਜਬ ਤੇ ਤੁਮਰੇ। ਹੇ ਵਾਹਿਗੁਰੂ ਜੀ, ਜਦੋਂ ਦੇ ਮੈਂ ਤੇਰੇ ਚਰਨ ਪਕੜੇ ਨੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਮੈਂ ਉਦੋਂ ਬਾਅਦ ਕੋਈ ਆਪਣੀ ਅੱਖ ਤਲੇ ਇਸ ਢੰਗ ਨਾਲ ਨਹੀਂ ਲਿਆਂਦਾ। ਤੁਹਾਡੇ ਵਰਗਾ ਅਸਥਾਨ, ਤੁਹਾਡੇ ਵਰਗਾ ਸਤਿਕਾਰ ਮਾਣ ਕਿਸੇ ਹੋਰ ਲਈ ਨਹੀਂ। ਜੋ ਅੱਖ ਤੁਹਾਨੂੰ ਵੇਖਦੀ ਹੈ, ਇੱਕ ਪਤੀ ਵਰਤਾ ਔਰਤ ਦੀ ਅੱਖ ਆਪਣੇ ਪਤੀ ਨੂੰ ਵੀ ਵੇਖਦੀ ਹੈ, ਉਹ ਸੰਸਾਰ ਦੇ ਹੋਰ ਮਰਦਾਂ ਨੂੰ ਵੀ ਵੇਖਦੀ ਹੈ, ਪਰ ਉਹਦੀ ਦੇਖਣੀ ਵਿੱਚ ਫਰਕ ਹੈ। ਪਤੀ ਦੇ ਲਈ ਉਹਦਾ ਨਜ਼ਰੀਆ ਹੋਰ ਹੈ, ਸੰਸਾਰ ਦੇ ਲਈ ਉਹਦਾ ਨਜ਼ਰੀਆ ਹੋਰ ਹੈ। ਇਸੇ ਤਰ੍ਹਾਂ ਸਿੱਖ ਇਹ ਨਹੀਂ ਵੀ ਅੱਖਾਂ ਬੰਦ ਕਰ ਲੈਂਦਾ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਖਦਾ। ਗੁਰੂ ਪ੍ਰਤੀ ਉਹਦਾ ਨਜ਼ਰੀਆ ਹੋਰ ਹੈ, ਗੁਰੂ ਉਹਦਾ ਇਸ਼ਟ ਹੈ, ਮਾਲਕ ਹੈ, ਉਹਦਾ ਪਤੀ ਹੈ, ਖਸਮ ਹੈ। ਤੇ ਸੰਸਾਰ ਨੂੰ ਉਹ ਆਪਣੇ ਵਿਵਹਾਰਿਕ ਨਿਗਾਹ ਦੇ ਨਾਲ, ਨਜ਼ਰ ਨਾਲ ਵੇਖਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਬੜੇ ਮਤ ਨੇ ਗੁਰੂ ਸਾਹਿਬ ਕਹਿੰਦੇ, ਪਰ ਮੈਂ ਤੇ ਜਦੋਂ ਦਾ ਗੁਰਮਤ ਦਾ ਧਾਰਨੀ ਬਣਿਆ, ਉਦੋਂ ਬਾਅਦ ਮੈਂ ਕਿਸੇ ਹੋਰ ਮਤ ਮਤਾਂਤਰ ਤੇ ਵਿਸ਼ਵਾਸ ਹੀ ਨਹੀਂ ਕੀਤਾ। ਇਹ ਭਰੋਸਾ ਹੈ ਕਿ ਇੱਕ ਵਾਰੀ ਗੁਰੂ ਦੇ ਚਰਨ ਪਕੜ ਲਏ ਤੇ ਫਿਰ ਗੁਰੂ ਵਾਲਾ ਬਣ ਕੇ ਹੀ ਜੀਵਨ ਬਸ਼ਰ ਕੀਤਾ, ਭਾਵੇਂ ਕੁਝ ਵੀ ਹਾਲਾਤ ਸੰਸਾਰ ਦੇ ਬਣ ਜਾਣ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨਾ ਕਿ ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇਹ ਭਰੋਸਾ ਹੋਣਾ ਚਾਹੀਦਾ ਵੀ ਹੁਣ ਤੇ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ। ਇਹ ਭਰੋਸਾ ਹੈ। ਇਹ ਨਹੀਂ ਵੀ ਮੈਂ ਤੇਰੇ ਚਰਨ ਪਕੜੇ ਨੇ, ਹੁਣ ਮੇਰੀ ਮਰਜ਼ੀ ਚੱਲੇਗੀ। ਸਾਡਾ ਚਰਨ ਵਿੱਚ ਆਉਣ ਦਾ ਮਕਸਦ ਐਸਾ ਹੁੰਦਾ ਹੈ ਵੀ ਮੈਂ ਗੁਰੂ ਵਾਲਾ ਤਾਂ ਬਣਾਂਗਾ ਜੇ ਮੇਰੀ ਮਰਜ਼ੀ ਚੱਲੇਗੀ, ਮੇਰੀ ਮਨ ਦੀ ਕਾਮਨਾ ਪੂਰੀ ਹੋਏਗੀ, ਜਾਂ ਜੋ ਮੈਂ ਚਾਹਨਾ ਉਹ ਹੋ ਗਿਆ ਤਾਂ ਮੈਂ ਗੁਰੂ ਵਾਲਾ ਵਾਂ। ਮੇਰੇ ਮੁਤਾਬਕ ਨਾ ਹੋਇਆ ਤੇ ਫਿਰ ਮੇਰਾ ਭਰੋਸਾ ਨਹੀਂ ਰਹਿਣਾ। ਨਹੀਂ, ਇਹ ਤੇ ਵਪਾਰ ਹੈ, ਇਹ ਤੇ ਧੰਦਾ ਹੈ ਕਿ ਜੋ ਮੈਨੂੰ ਲਾਹਾ ਮਿਲੀ ਜਾਏਗਾ ਫਿਰ ਮੈਂ ਤੇਰੇ ਨਾਲ ਮਿੱਤਰਤਾ ਨਿਭਾਈ ਜਾਣਾ, ਜੇ ਮੈਨੂੰ ਲਾਭ ਨਾ ਦਿੱਤਾ ਫਿਰ ਮੇਰੀ ਮਿੱਤਰਤਾ ਨਹੀਂ। ਇਹ ਵਪਾਰੀਕਰਨ ਹੈ। ਪ੍ਰੇਮ ਜਿਹੜਾ ਹੈ ਉਹ ਘਾਟੇ ਨੁਕਸਾਨ ਨਫੇ ਦਾ ਮੁਹਤਾਜ ਨਹੀਂ ਹੁੰਦਾ। ਪ੍ਰੇਮ ਇਸ ਢੰਗ ਨਾਲ ਨਹੀਂ ਕੀਤਾ ਜਾਂਦਾ ਵੀ ਮੈਂ ਗੁਰੂ ਨਾਲ ਪ੍ਰੇਮ ਕਰਾਂਗਾ ਤੇ ਗੁਰੂ ਮੇਰੇ ਸਾਰੇ ਕਾਰਜ ਸਵਾਰੇਗਾ, ਮੇਰੀ ਮੰਨੇਗਾ ਤਾਂ ਮੈਂ ਪ੍ਰੇਮ ਕਰਾਂਗਾ। ਨਹੀਂ, ਇਹ ਵਪਾਰ ਹੈ। ਹਾਂ, ਪ੍ਰੇਮ ਦਾ ਨਾਮ ਦੇ ਦਿੱਤਾ ਜਾਵੇ ਭਾਵੇਂ। ਗੁਰੂ ਸਾਹਿਬ ਕਹਿੰਦੇ ਪ੍ਰੇਮ ਤਾਂ ਇਹ ਹੈ ਵੀ ਤੇਰੀ ਅਵਸਥਾ ਬਣ ਜਾਏ। ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਹਿੰਦੇ ਹੁਣ ਭਾਵੇਂ ਕੋਈ ਚੰਗਾ ਕਹੇ, ਕੋਈ ਮਾੜਾ ਕਹੇ, ਕੋਈ ਉਸਤਤ ਕਰੇ, ਕੋਈ ਨਿੰਦਿਆ ਕਰੇ, ਅਸੀਂ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ। ਇਹ ਹੈ ਟੇਕ ਲੈਣੀ, ਇਹ ਹੈ ਭਰੋਸਾ ਲੈਣਾ,
ਐਸਾ ਹੈ ਸ਼ਰਨ ਵਿੱਚ ਆਉਣਾ। ਸੋ ਗੁਰੂ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਤੇਰੇ ਭਰੋਸੇ ਹੀ ਮੈਂ ਸਾਰਾ ਕੁਝ ਕੀਤਾ ਹੈ। ਜਨਮ ਜਨਮ ਕੇ ਮਹਾਪਰਾਛਤ, ਪ੍ਰਾਚਿਤ ਕਹਿੰਦੇ ਪਾਪਾਂ ਨੂੰ, ਤੇ ਪਾਪ ਜਿਹੜੇ ਨੇ ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਜੀਵ ਨੂੰ ਪਾਪ ਜਿਹੜੇ ਨੇ ਨਾ ਉਹ ਚਿਮੜੇ ਹੋਏ ਨੇ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਹਿੰਦੇ ਜਨਮਾਂ ਜਨਮਾਂਤਰਾਂ ਦੀ, ਵਿਕਾਰਾਂ ਦੀ, ਪਾਪਾਂ ਦੀ, ਕਰਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ। ਤੇ ਇਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ, ਇਹ ਗੁਰੂ ਕਿਰਪਾ ਸਦਕਾ, ਗੁਰੂ ਕਿਰਪਾ ਤੋਂ ਬਿਨਾਂ ਧੁੱਪ ਨਹੀਂ ਸਕਦੀ, ਭਾਵੇਂ ਬੰਦਾ ਜਿੰਨਾ ਮਰਜ਼ੀ ਯਤਨ ਕਰੇ। ਮਨ ਨੂੰ ਮਾਂਜਣ ਦਾ ਬੰਦਾ ਯਤਨ ਕਰੇ ਤੇ ਵਿਕਾਰਾਂ ਦੇ ਵਿੱਚ ਹੀ ਰਹਿੰਦਾ। ਇੱਥੇ ਸੰਸਾਰ ਵਿੱਚ ਕਰਮ ਕਰਕੇ, ਕਰਮਾਂ ਦੇ ਨਾਲ ਮਨ ਨਹੀਂ ਸਾਫ਼ ਹੁੰਦਾ। ਅਸੀਂ 12 ਮਾਹ ਦੀ ਬਾਣੀ ਦੇ ਆਰੰਭ ਵਿੱਚ ਬਚਨ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਦੇ। ਗੁਰੂ ਸਾਹਿਬ ਕਹਿੰਦੇ ਵੀ ਮਨ ਕਰਮਾਂ ਕਰਕੇ ਮੈਲਾ ਹੋ ਜਾਂਦਾ ਹੈ, ਪਰ ਕਿਰਪਾ ਕਰਕੇ ਧੁੱਪਦਾ ਹੈ। ਕਰਮਾਂ ਕਰਕੇ ਧੁੱਪਦਾ ਨਹੀਂ, ਕਿਰਪਾ ਕਰਕੇ ਧੁੱਪਦਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਕਹਿੰਦੇ ਕਿਰਪਾ ਕਰਕੇ ਤੇਰੇ ਨਾਲ ਮਿਲਾਪ ਹੋ ਸਕਦਾ, ਕਰਮਾਂ ਕਰਕੇ ਤੇ ਅਸੀਂ ਵਿਛੋੜਾ ਹੀ ਪਾ ਸਕਨੇ ਆ, ਦੂਰੀ ਹੀ ਬਣ ਸਕਦੀ। ਸੋ ਸਾਡੇ ਕਰਮ ਸਹਾਈ ਨਹੀਂ ਹੋ ਸਕਦੇ। ਇਹਦਾ ਭਾਵ ਇਹ ਨਹੀਂ ਵੀ ਬੁਰਾਈਆਂ ਵਾਲੇ ਪਾਸੇ ਚੱਲਣਾ ਹੈ, ਇਹਦਾ ਭਾਵ ਹੈ ਵੀ ਆਪਣੇ ਆਪ ਨੂੰ ਇੰਨਾ ਕੁ ਨਿਰਮਾਣਤਾ ਵਿੱਚ, ਇੰਨਾ ਕੁ ਆਪਣੇ ਆਪ ਨੂੰ ਗੁਰੂ ਭਰੋਸੇ ਵਿੱਚ ਰੱਖਣਾ ਵੀ ਦਾਤਾ ਤੇਰੇ ਹੀ ਕਿਰਪਾ ਤੋਂ ਬਿਨਾ ਮੈਂ ਕੁਝ ਨਹੀਂ, ਤੇਰੀ ਬਖਸ਼ਿਸ਼ ਤੋਂ ਬਿਨਾ ਮੈਂ ਕੁਝ ਨਹੀਂ। ਜਨਮ ਜਨਮ ਕੇ ਮਹਾਪਰਾਛਤ, ਦਰਸ਼ਨ ਭੇਟ ਮਿਟਾਹਿਓ, ਕਿ ਤੇਰੀ ਇੰਨੀ ਕਿਰਪਾ ਹੋ ਗਈ ਹੈ, ਤੇਰੇ ਦਰਸ਼ਨ ਮਾਤਰ ਨਾਲ ਹੀ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ। ਹੁਣ ਦਰਸ਼ਨ ਕਹਿਣ ਨੂੰ ਅਸੀਂ ਸ਼ਬਦ ਵਰਤ ਲੈਂਦੇ ਹਾਂ ਵੀ ਮੈਂ ਗੁਰੂ ਦੇ ਦਰਸ਼ਨ ਕੀਤੇ, ਗੁਰਸਿੱਖਾਂ ਦੇ ਦਰਸ਼ਨ ਕੀਤੇ, ਗੁਰਮੁਖਾਂ ਦੇ ਦਰਸ਼ਨ ਕੀਤੇ। ਦਰਸ਼ਨ ਸ਼ਬਦ ਜਿੰਨਾ ਅਸੀਂ ਵਰਤਦੇ ਹਾਂ, ਦਰਸ਼ਨ ਸ਼ਬਦ ਦੇ ਅਰਥ ਉਨੇ ਹੀ ਡੂੰਘੇ ਨੇ। ਦਰਸ਼ਨ ਦਾ ਅਰਥ ਹੁੰਦਾ ਫਿਲਾਸਫੀ, ਦਰਸ਼ਨ ਦਾ ਅਰਥ ਹੁੰਦਾ ਪੂਰੀ ਗਹਿਰਾਈ ਨਾਲ ਕਿਸੇ ਨੂੰ ਜਾਣ ਲੈਣਾ, ਸਮਝ ਲੈਣਾ। ਇਹਨਾਂ ਅੱਖਾਂ ਨਾਲ ਵੇਖਣਾ ਇਹ ਦਰਸ਼ਨ ਨਹੀਂ। ਦਰਸ਼ਨ ਦਾ ਅਰਥ ਹੈ ਜਦੋਂ ਮਨ ਦੇ ਨੇਤਰਾਂ ਨਾਲ ਕਿਸੇ ਦੇ ਧੁਰ ਅੰਦਰ ਤੱਕ ਨੂੰ ਜੁੜ ਜਾਣਾ, ਧੁਰ ਅੰਦਰ ਤੱਕ ਜਾਣ ਲੈਣਾ, ਉਹ ਦਰਸ਼ਨ ਹੈ। ਸੋ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਭਾਵ ਹੈ ਜਦੋਂ ਪੂਰਨ ਤੌਰ ਤੇ ਗੁਰੂ ਬਚਨਾਂ ਨੂੰ, ਗੁਰੂ ਸ਼ਬਦ ਨੂੰ, ਗੁਰੂ ਸਿਧਾਂਤ ਨੂੰ ਆਪਣੇ ਅੰਦਰ ਬੰਦਾ ਆਬਜ਼ਰਵ ਕਰ ਲੈਂਦਾ, ਆਪਣੇ ਅੰਦਰ ਧਾਰਨ ਕਰ ਲੈਂਦਾ, ਸਮਝੋ ਉਹਨੇ ਗੁਰੂ ਦੇ ਦਰਸ਼ਨ ਕਰ ਲਏ। ਉਹ ਗੁਰੂ ਦੇ ਦਰਸ਼ਨਾਂ ਦੇ ਨਾਲ ਸ਼ਰਸ਼ਾਰ ਹੋ ਗਿਆ ਜਦੋਂ ਉਹਨੇ ਗੁਰੂ ਰਹਿਮਤ ਨੂੰ ਮੰਨ ਲਿਆ। ਇਹ ਦਰਸ਼ਨ ਹੈ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤੇ ਨੇ, ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਡਿਠੇ ਦਾ ਅਰਥ ਹੈ ਸਿਰਫ ਬਾਹਰੀ ਅੱਖਾਂ ਨਾਲ ਵੇਖਣਾ। ਇਹ ਬਾਹਰੀ ਅੱਖਾਂ ਨਾਲ ਦੇਖਣ ਨੂੰ ਦੇਖਣਾ ਕਿਹਾ ਜਾਂਦਾ ਹੈ। ਦਰਸ਼ਨ ਦਾ ਅਰਥ ਹੈ ਜਿੱਥੇ ਮਨ ਵੀ ਦੇਖ ਲੇ, ਮਨ ਵੀ ਪਛਾਣ ਕਰ ਲੇ, ਮਨ ਵੀ ਮੰਨ ਜਾਏ ਕਿ ਜਿਸ ਨੂੰ ਮੈਂ ਜਾਣਿਆ ਹੈ, ਸਮਝ ਰਿਹਾ ਹਾਂ, ਉਹਦੇ ਨਾਲ ਮੈਂ ਜੁੜਿਆ ਹੋਇਆ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਜੀਓ, ਦਰਸ਼ਨ ਭੇਟ ਮਿਟਾਹਿਓ, ਤੇਰੀ ਮਿਲਾਪ, ਤੇਰੇ ਦਰਸ਼ਨਾਂ ਕਰਕੇ ਜਨਮਾਂ ਜਨਮਾਂਤਰਾਂ ਦੇ ਮੇਰੇ ਪਾਪ ਜਿਹੜੇ ਨੇ ਧੁੱਪ ਗਏ, ਮਿਟ ਗਏ। ਭਇਓ ਪ੍ਰਗਾਸ ਆਨੰਦ ਉਜਿਆਰਾ, ਸਹਿਜ ਸਮਾਧ ਸਮਾਹਿਓ। ਤੇਰੇ ਦਰਸ਼ਨਾਂ ਦੀ ਕਿਰਪਾ ਐਸੀ ਵਾਪਰੀ ਕਿ ਉਸ ਦਿਨ ਤੋਂ ਹੀ ਭਇਓ ਪ੍ਰਗਾਸ, ਮੇਰੇ ਹਿਰਦੇ ਅੰਦਰ ਪ੍ਰਗਾਸ ਹੋ ਗਿਆ। ਮੇਰਾ ਹਿਰਦਾ ਜਿਹੜਾ ਹੈ ਆਨੰਦਿਤ ਹੋ ਗਿਆ, ਆਨੰਦ ਉਜਿਆਰਾ, ਕਿਉਂਕਿ ਗੁਰੂ ਦਾ ਗਿਆਨ ਜਿਹੜਾ ਹੈ ਉਹ ਅੰਦਰ ਦੇ ਵਿਕਾਰਾਂ ਦੇ ਹਨੇਰੇ ਨੂੰ ਮਾਰ ਦਿੰਦਾ ਹੈ। ਗੁਰੂ ਪਾਸ ਐਸੀਆਂ ਸਲਾਈਆਂ ਹਨ ਜਿਹੜੇ ਅਗਿਆਨੀ ਰੂਪੀ ਨੇਤਰ, ਅਗਿਆਨ ਰੂਪੀ ਨੇਤਰ ਨੇ ਨਾ, ਜਦੋਂ ਗਿਆਨ ਦੀ ਸਲਾਈ ਗੁਰੂ ਸਾਹਿਬ ਜੀ ਦੀ ਪੈਂਦੀ ਹੈ ਉਹ ਪ੍ਰਗਾਸ ਕਰ ਦਿੰਦੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਸਾਹਿਬ ਜੀ ਕਹਿੰਦੇ ਹਰੀ ਦੀ ਕਿਰਪਾ ਦੇ ਨਾਲ ਪ੍ਰਭੂ ਦਾ ਪਿਆਰਾ ਮਿਲਦਾ ਹੈ ਤੇ ਉਹ ਜੋ ਗਿਆਨ ਰੂਪੀ ਸੁਰਮਾ, ਗਿਆਨ ਰੂਪੀ ਸਲਾਈਆਂ ਬੁੱਧੀ ਦੇ ਲੋਚਨ ਵਿੱਚ ਪਾਉਂਦਾ ਹੈ ਤੇ ਉਹਦੇ ਨਾਲ ਅਗਿਆਨ ਮਿਟ ਜਾਂਦਾ। ਭਇਓ ਪ੍ਰਗਾਸ, ਫਿਰ ਪ੍ਰਗਾਸ ਹੋ ਜਾਂਦਾ। ਗੁਰੂ ਹੈ ਹੀ ਗਿਆਨ ਦਾ ਸੋਮਾ। ਗਿਆਨ ਸੁਲਾਕਾ ਦੈ ਬੁੱਧ ਲੋਚਨ, ਕਰਹਿ ਤਮ ਅਗਿਆਨ ਵਿਮੋਚਨ। ਵਿਦਵਾਨਾਂ ਨੇ ਬਚਨ ਲਿਖੇ ਨੇ ਕਿ ਗਿਆਨ ਦੀਆਂ ਸਲਾਈਆਂ ਗੁਰੂ ਨੇਤਰਾਂ ਚ ਪਾਉਂਦਾ ਹੈ ਤੇ ਅਗਿਆਨ ਰੂਪੀ ਹਨੇਰਾ ਵਿਮੋਚਨ ਦਾ ਅਰਥ ਹੁੰਦਾ ਨਾਸ਼ ਕਰ ਦਿੰਦਾ ਹੈ। ਆਨੰਦ ਉਜਿਆਰਾ, ਫਿਰ ਉਜਿਆਰਾ ਹੀ ਉਜਿਆਰਾ ਹੋ ਜਾਂਦਾ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਸਹਿਜ ਸਮਾਧ ਸਮਾਇਓ, ਤੇ ਉਸੇ ਪ੍ਰਕਾਸ਼ ਅੰਦਰ ਫਿਰ ਜੀਵ ਅਸਹਿਜ, ਜਿਹੜਾ ਮਨ ਪਹਿਲਾਂ ਅਸਹਿਜ ਹੁੰਦਾ ਨਾ, ਭਟਕਦਾ, ਜਦੋਂ ਅੰਦਰ ਪ੍ਰਕਾਸ਼, ਅੰਦਰ ਰਹਿਮਤ ਵਾਪਰ ਜਾਂਦੀ, ਅੰਦਰ ਕਿਰਪਾ ਵਾਪਰ ਜਾਂਦੀ ਹੈ, ਉਸ ਅੰਦਰ ਦੇ ਨਾਲ ਹੀ ਜੁੜ ਜਾਂਦਾ। ਜਿੰਨਾ ਚਿਰ ਕਸਤੂਰੀ ਦਾ ਮਿਰਗ, ਉਹਨੂੰ ਇਹ ਪ੍ਰਤੀਤ ਨਹੀਂ ਨਾ ਹੁੰਦਾ ਵੀ ਕਸਤੂਰੀ ਮੇਰੀ ਨਾਭੀ ਵਿੱਚ ਹੈ,
ਉਹਨਾਂ ਚਿਰ ਉਹ ਭਟਕਦਾ ਰਹਿੰਦਾ, ਦੌੜਦਾ ਰਹਿੰਦਾ ਗਾਹੇ ਬਗਾਹੇ। ਪਰ ਜਿਉਂ ਹੀ ਉਹਨੂੰ ਕਿਤੇ ਪ੍ਰਤੀਤ ਹੋ ਜਾਂਦਾ ਹੈ ਨਾ, ਥੱਕ ਜਾਂਦਾ ਹੈ, ਹਾਰ ਜਾਂਦਾ ਹੈ, ਡਿੱਗ ਪੈਂਦਾ ਹੈ, ਤੇ ਉਹਦੀ ਆਪਣੀ ਨਾਸਿਕਾ ਉਹਦੇ ਨਾਭੀ ਨਾਲ ਜਾ ਜੁੜਦੀ ਹੈ ਤੇ ਉਹ ਟਿਕ ਜਾਂਦਾ, ਉਹਨੂੰ ਪ੍ਰਤੀਤ ਹੋ ਜਾਂਦਾ ਹੈ ਕਿ ਜਿਸ ਸੁੱਖ ਲਈ ਮੈਂ ਬਾਹਰ ਭਟਕਦਾ ਪਿਆ ਸਾਂ ਉਹ ਤਾਂ ਮੇਰੇ ਅੰਦਰ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਜਿਸ ਸੁੱਖ ਆਨੰਦ ਲਈ ਬੰਦਾ ਬਾਹਰ ਪਿਆ ਭਟਕਦਾ ਨਾ, ਉਹ ਜਦੋਂ ਗੁਰੂ ਬਚਨਾਂ ਨੂੰ ਕਮਾਉਂਦਾ ਹੈ, ਗੁਰੂ ਕਿਰਪਾ ਨੂੰ ਮਾਣਦਾ, ਉਦੋਂ ਪ੍ਰਤੀਤ ਹੁੰਦਾ ਹੈ ਕਿ ਉਹ ਜਿਹੜਾ ਅੰਮ੍ਰਿਤ ਹੈ, ਉਹ ਸੁੱਖ ਹੈ, ਉਹ ਰਹਿਮਤ ਹੈ, ਉਹ ਮਨੁੱਖ ਦੇ ਆਪਣੇ ਹਿਰਦੇ ਵਿੱਚ ਹੀ ਹੈ, ਹਿਰਦੇ ਘੱਟ ਵਿੱਚ ਹੀ ਹੈ। ਤੇ ਗੁਰੂ ਦੀ ਕਿਰਪਾ ਸਦਕਾ ਫਿਰ ਉਸਨੂੰ ਖੋਜ ਲੈਂਦਾ, ਉਸ ਦੀ ਭਾਲ ਕਰ ਲੈਂਦਾ। ਤਾਂ ਹੀ ਫਿਰ ਰੱਬ ਦੇ ਪਿਆਰਿਆਂ ਨੇ ਬਚਨ ਕਹੇ ਨੇ, ਜਿਨ੍ਹਾਂ ਅੰਦਰੋਂ ਪਾਇਆ ਕਤ ਜਾਈਐ ਰੇ, ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਪੰਗ। ਕਹਿੰਦੇ ਫਿਰ ਮਨ ਜਿਹੜਾ ਪਿੰਗਲਾ ਬਣ ਜਾਂਦਾ, ਉਹ ਹੋਰ ਪਾਸੇ ਨਹੀਂ ਦੌੜਦਾ, ਉਹਨੂੰ ਅੰਦਰੋਂ ਆਨੰਦ ਆ ਜਾਂਦਾ। ਕਹੁਨ ਕਹੈ ਤੁਮ ਤੇ ਕਛ ਨਾਹੀ, ਤੁਮ ਸਮਰੱਥ ਅਥਾਹਿਓ। ਹੇ ਵਾਹਿਗੁਰੂ ਜੀ, ਕੌਣ ਕਹਿੰਦਾ ਵੀ ਤੁਸੀਂ ਸਮਰੱਥ ਨਹੀਂ, ਤੁਹਾਡੇ ਹੱਥ ਕੁਝ ਨਹੀਂ, ਸਾਰਾ ਕੁਝ ਹੀ ਤੁਹਾਡੇ ਕੋਲ ਹੈ। ਤੁਸੀਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ, ਸਾਰੇ ਨਿਧ ਨਿਧਾਨ ਖਜ਼ਾਨੇ ਤੁਹਾਡੇ ਘਰ ਅੰਦਰ ਹਨ। ਪਰ ਕਿਰਪਾ ਨਿਧਾਨ ਰੰਗ ਰੂਪ ਰਸ, ਨਾਮ ਨਾਨਕ ਲੈ ਲਾਹਿਓ। ਜਿਹਦੇ ਤੇ ਹੇ ਮਾਲਕ ਤੂੰ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਜੋ ਜੀਵ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਤੇਰੇ ਨਾਮ ਦੇ ਰੰਗ ਵਿੱਚ, ਤੇਰੇ ਨਾਮ ਦੇ ਰਸ ਵਿੱਚ, ਤੇਰੇ ਨਾਮ ਦੇ ਰੂਪ ਵਿੱਚ ਉਹ ਜੁੜ ਜਾਂਦਾ ਹੈ। ਨਾਨਕ ਲੈ ਲਾਹਿਓ। ਤੇ ਫਿਰ ਉਹ ਉੱਤਮ ਲਾਹਾ ਪ੍ਰਾਪਤ ਕਰਕੇ ਇਹ ਮਨੁੱਖਾ ਜੀਵਨ ਸਫਲਾ ਕਰ ਲੈਂਦਾ। ਮਨੁੱਖ ਜੀਵਨ ਅੰਦਰ ਮੁੱਖ ਮਕਸਦ ਮਨੁੱਖ ਦਾ ਹੀ ਹੈ ਵੀ ਮੈਨੂੰ ਲਾਭ ਮਿਲਦਾ ਰਹੇ, ਟੋਟਾ ਨਾ ਕਦੀ ਹੋਵੇ। ਸੋ ਗੁਰੂ ਸਾਹਿਬ ਕਹਿੰਦੇ ਇਹ ਨਾਮ ਰੂਪੀ ਲਾਹਾ ਉਸ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ ਜੋ ਗੁਰੂ ਸ਼ਰਨ, ਗੁਰਮੁਖਾਂ ਦੀ ਸ਼ਰਨ ਵਿੱਚ ਆ ਕੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਸ਼ਬਦ ਨਾਲ ਜੁੜਦਾ ਹੈ। ਇੱਕ ਤਾਂ ਵਿਕਾਰਾਂ ਦਾ ਜੇਤੂ ਬਣ ਜਾਂਦਾ ਹੈ, ਨਾਮ ਰੰਗ ਉਸ ਨੂੰ ਲੱਗ ਜਾਂਦਾ ਹੈ, ਤੇ ਤੀਸਰਾ ਉਹਦੇ ਪੂਰਬਲੇ ਜਿਹੜੇ ਕਰਮ ਨੇ ਨਾ, ਜਨਮਾਂ ਜਨਮਾਂਤਰਾਂ ਦੀ ਮੈਲ ਹੈ, ਉਹ ਵੀ ਗੁਰੂ ਬਚਨ ਗੁਰੂ ਸੰਗਤ ਸਦਕਾ ਧੁੱਪ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਤੇ ਉਹ ਆਪਣੇ ਨਿਜ ਘਰ ਵਿੱਚ ਟਿਕ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹੀ ਮਿਹਰਮਤ ਕਿਰਪਾਲਤਾ ਕੀਤੀ ਹੈ ਕਿ ਹੇ ਭਾਈ, ਜੋ ਗੁਰੂ ਪਿਆਰਿਆਂ ਦੀ ਸੰਗਤ, ਭਰੋਸਾ, ਵਿਸ਼ਵਾਸ, ਅਕੀਦਾ ਆਪਣੇ ਜੀਵਨ ਵਿੱਚ ਧਾਰਨ ਕਰਕੇ ਤੁਰਦਾ ਹੈ, ਗੁਰੂ ਗੁਰੂ ਜਪਦਾ ਹੈ, ਗੁਰੂ ਕਿਰਪਾ ਸਦਕਾ ਇਹ ਮਨੁੱਖਾ ਜਨਮ ਜਿਹੜਾ ਹੈ ਉਹ ਸਫਲਾ ਕਰ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੁਣਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਨ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਆਓ ਪਿਆਰ ਸਹਿਤ ਹੁਣ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਲੜਵਾਲ